कहाँ बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लेहो तुम कथा सुधारी। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। श्री गुरु नानक साहब जी ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ 4-5 ਸਾਲ ਦੇ ਹੀ ਸਨ ਤਾਂ ਇੱਕ ਦਿਨ ਦੁਆਰੇ ਤੇ ਸਾਧੂ ਨੇ ਆ ਕੇ ਅਲਖ ਨਿਰੰਜਨ ਦੀ ਆਵਾਜ਼ ਦਿੱਤੀ ਤਾਂ ਮਾਤਾ ਸੁਲੱਖਣੀ ਜੀ ਅਤੇ ਭੂਆ ਨਾਨਕੀ ਜੀ ਅੰਦਰ ਕਿਸੇ ਘਰੋਗੀ ਕਾਰੋਬਾਰ ਵਿੱਚ ਰੁੱਝੇ ਹੋਏ ਸਨ, ਜੋ ਉਸ ਸਾਧੂ ਦੀ ਆਵਾਜ਼ ਨਾ ਸੁਣ ਸਕੇ। ਬਾਲਕ ਸਰੂਪ ਅੱਗੇ ਡਿਓੜੀ ਵਿੱਚ ਬੈਠੇ ਕਿਸੇ ਖੇਡ ਵਿੱਚ ਖੇਡ ਰਹੇ ਸਨ। ਜਦ ਇੱਦਾਂ ਦਰਵਾਜ਼ੇ ਤੇ ਖੜੇ ਸਾਧੂ ਨੂੰ ਤੱਕਿਆ ਤਾਂ ਬਾਲ ਸਰੂਪ ਵਿੱਚ ਬਾਬਾ ਸ਼੍ਰੀ ਚੰਦ ਜੀ ਝੱਟ ਹੀ ਅੰਦਰ ਪੁੱਜੇ। ਅੱਗੇ ਛੋਲਿਆਂ ਦੀ ਬੋਰੀ ਭਰੀ ਪਈ ਸੀ। ਨਿੱਕੇ ਜਿਹੇ ਕੋਮਲ ਹੱਥ ਦੀ ਮੁੱਠੀ ਭਰੀ ਤੇ ਆਣ ਕੇ ਉਸ ਦੇ ਕਾਸੇ ਵਿੱਚ ਛੱਡ ਦਿੱਤੀ। ਛੋਲਿਆਂ ਦੇ ਦਾਣਿਆਂ ਨੂੰ ਇਹਨਾਂ ਦੇ ਹੱਥਾਂ ਦੀ ਛੋਹ ਨੇ ਹੀਰੇ ਮੋਤੀਆਂ ਦਾ ਰੂਪ ਕਰ ਦਿੱਤਾ ਕਿ ਜਿਸ ਤਰ੍ਹਾਂ ਲੋਹੇ ਨੂੰ ਪਾਰਸ ਛੋਹ ਜਾਵੇ ਤਾਂ ਉਹ ਸੋਨੇ ਦਾ ਰੂਪ ਹੋ ਜਾਂਦਾ ਹੈ। ਸਾਧੂ ਨੇ ਜਦ ਆਪਣੇ ਕਾਸੇ ਵਿੱਚ ਹੀਰੇ ਮੋਤੀ ਪੈਂਦੇ ਵੇਖੇ ਤਾਂ ਹੈਰਾਨ ਵੀ ਹੈ ਅਤੇ ਨੂਰੀ ਮੁਖੜੇ ਵੱਲ ਵੇਖ ਵੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ ਤੇ ਇਹੋ ਹੀ ਸੋਚ ਰਿਹਾ ਹੈ ਕਿ ਇਹ ਕੋਈ ਆਮ ਬਾਲਕ ਨਹੀਂ ਹੈ, ਕੋਈ ਉਸ ਪ੍ਰਭੂ ਦਾ ਹੀ ਅਵਤਾਰ ਹੈ। ਕੰਨ ਵਿੱਚ ਦਰਸ਼ਨੀ ਮਾਸ ਦਾ ਮੁੰਦਰਾ ਹੈ ਅਤੇ ਤਨ ਉੱਤੇ ਵਿਭੂਤ ਦਾ ਵੀ ਚਿੰਨ੍ਹ ਹੈ। ਨੈਣਾਂ ਵਿੱਚ ਖੁਮਾਰੀ ਹੈ। ਮੁਖੜਾ ਗੁਲਾਬ ਦੇ ਫੁੱਲ ਵਾਂਗਰ ਰੌਸ਼ਨ ਹੈ। ਬੋਲੀ ਤੋਤਲੀ ਪਿਆਰੀ ਪਿਆਰੀ ਹੈ। ਮਸਤਕ ਚੰਦ ਦੇ ਸਮਾਨ ਚਮਕਾ ਮਾਰ ਰਿਹਾ ਹੈ। ਮੈਂ ਬਲਿਹਾਰ ਜਾਵਾਂ ਇਸ ਨੂਰੀ ਸਰੂਪ ਤੋਂ। ਤਾਂ ਆਖਿਆ ਕਿ ਮੇਰੇ ਰੱਬ ਜੀ, ਆਪ ਇਹ ਹੀਰੇ ਮੋਤੀ ਵਾਪਸ ਲੈ ਜਾਓ ਅਤੇ ਮੈਨੂੰ ਆਟੇ ਦੀ ਪਿੱਛਾ ਲਿਆ ਕੇ ਪਾ ਦਿਓ। ਇਹ ਸਾਡੇ ਕਿਸੇ ਵਰਤੋਂ ਵਿੱਚ ਨਹੀਂ ਹਨ। ਇਹ ਤਾਂ ਮੇਰਾ ਕੂੰਡਾ ਕਰਵਾ ਦੇਣਗੇ। ਹਕੂਮਤ ਬਹੁਤ ਬੇਰਹਿਮ ਹੈ, ਜੋ ਬੇਇਨਸਾਫੀ ਤਾਂ ਅੱਗੇ ਹੀ ਕਰੀ ਜਾ ਰਹੀ ਹੈ, ਮੈਨੂੰ ਨਹੀਂ ਛੱਡੇਗੀ। ਪਿੱਛੇ ਲੈ ਜਾਓ, ਐ ਲਵੋ ਹੀਰੇ ਤੇ ਮੋਤੀ। ਇਹਨਾਂ ਗੱਲਾਂ ਹੁੰਦੀਆਂ ਦੀ ਆਵਾਜ਼ ਅੰਦਰ ਪੁੱਜੀ ਕਿ ਮੇਰੇ ਲਾਲ ਦੇ ਨਾਲ ਬਾਹਰ ਕੌਣ ਗੱਲਾਂ ਕਰ ਰਿਹਾ ਹੈ। ਤਾਂ ਨਨਾਣ ਭਰਜਾਈ ਦੋਨੋਂ ਹੀ ਭੱਜ ਕੇ ਬਾਹਰ ਆਈਆਂ। ਅੱਗੇ ਸਾਧੂ ਖੜਾ ਹੈ। ਉਹਨਾਂ ਨੇ ਅੱਗੇ ਵੱਧ ਕੇ ਦੇਖਿਆ ਤੇ ਸਾਧੂ ਦੇ ਕਾਸੇ ਤੇ ਨਜ਼ਰ ਪਈ। ਹੀਰੇ ਮੋਤੀ ਤੱਕੇ ਤਾਂ ਭੂਆ ਨਾਨਕੀ ਜੀ ਅਤੇ ਮਾਤਾ ਸੁਲੱਖਣੀ ਜੀ ਵੇਖ ਕੇ ਹੈਰਾਨ ਹੋ ਗਏ ਕਿ ਇਹ ਹੀਰੇ ਮੋਤੀ ਕਿੱਥੋਂ ਆ ਗਏ ਹਨ, ਜੋ ਮੇਰੇ ਲਾਲ ਨੇ ਸਾਧੂ ਦੇ ਕਾਸੇ ਵਿੱਚ ਪਾ ਦਿੱਤੇ ਹਨ। ਤਾਂ ਨਿੱਕੇ ਜਿਹੇ ਬਾਲ ਸਰੂਪ ਨੇ ਆਖਿਆ ਕਿ ਤੁਸੀਂ ਮੇਰੇ ਨਾਲ ਅੰਦਰ ਚੱਲੋ, ਮੈਂ ਦੱਸ ਦਿੰਦਾ ਹਾਂ। ਅੰਦਰ ਗਏ ਤਾਂ ਬਾਲ ਸਰੂਪ ਜੀ ਨੇ ਬੋਰੀ ਵੱਲ ਇਸ਼ਾਰਾ ਕੀਤਾ ਕਿ ਮਾਤਾ ਜੀ, ਇਸ ਭਰੀ ਹੋਈ ਬੋਰੀ ਦੇ ਵਿੱਚੋਂ ਕੇਵਲ ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀ ਹੀਰੇ ਮੋਤੀ ਬਣ ਗਏ ਹੋਏ ਹਨ, ਜਿਵੇਂ ਪਾਰਸ ਦੀ ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ। ਦਰ ਆਏ ਉਸ ਸਾਧੂ ਨੂੰ ਵੀ ਦਰ ਤੋਂ ਪ੍ਰਸੰਨ ਕਰਕੇ ਤੋਰਿਆ। ਜਾਂਦੇ ਹੋਏ ਸਾਧੂ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਆਪਣੇ ਰਾਹੇ ਪੈ ਗਿਆ। ਪਰ ਬਾਬਾ ਜੀ ਦੀ ਸੂਰਤ ਨੇ ਉਸ ਦੇ ਹਿਰਦੇ ਵਿੱਚ ਨਿਵਾਸ ਕਰ ਰੱਖਿਆ ਹੋਇਆ ਸੀ, ਜਿਵੇਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪ ਲਗਭਗ 7-8 ਸਾਲ ਦੇ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਯਾਤਰਾ ਕਰਨ ਵਾਸਤੇ ਤੁਰੇ ਸੀ। ਤਾਂ ਆਪ ਜੀ ਨੂੰ ਭੈਣ ਨਾਨਕੀ ਦੀ ਝੋਲੀ ਪਾ ਕੇ ਉਹਨਾਂ ਦਾ ਸਪੁੱਤਰ ਬਣਾ ਕੇ ਹੀ ਤੁਰੇ ਸਨ। ਬਾਬਾ ਲਖਮੀ ਦਾਸ ਜੀ 2 ਸਾਲ ਛੋਟੇ ਸਨ। ਉਹ ਆਪਣੇ ਨਾਨਕੇ ਚਲੇ ਗਏ ਸਨ। ਇੱਧਰ ਬਾਲਕ ਸ਼੍ਰੀ ਚੰਦ ਜੀ ਕਈ ਦਿਨ ਰੋਟੀ ਵੀ ਨਹੀਂ ਖਾਂਦੇ ਸੀ ਅਤੇ ਚੌਂਕੜਾ ਮਾਰ ਕੇ ਭਜਨ ਸਿਮਰਨ ਵਿੱਚ ਲੀਨ ਰਹਿੰਦੇ ਸਨ। ਸੁਰਤੀ ਪ੍ਰਭੂ ਦੀ ਜੋਤ ਵਿੱਚ ਲਾਈ ਰੱਖਣੀ। ਜਦ ਘਰ ਤੋਂ ਬਾਹਰ ਬੱਚਿਆਂ ਨਾਲ ਵੀ ਖੇਡਣ ਜਾਂਦੇ ਸਨ ਤਾਂ ਬੱਚਿਆਂ ਨੂੰ ਬਿਠਾਲ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਪਾਣਾ ਤੇ ਜਪਣਾ। ਕਈ ਵਾਰੀ ਬੱਚਿਆਂ ਨਾਲ
ਲੁਕਣ ਮਿਚੀ ਦੀ ਖੇਡ ਖੇਡਦਿਆਂ ਹੀ ਵਿੱਚ ਅਲੋਪ ਹੋ ਜਾਣਾ ਤਾਂ ਬੱਚਿਆਂ ਨੇ ਵੀ ਹੈਰਾਨ ਰਹਿ ਜਾਣਾ। ਇੱਕ ਦਿਨ ਬਾਲਕ ਸਰੂਪ ਬਾਬਾ ਜੀ ਇਕੱਲੇ ਹੀ ਬਾਹਰ ਜੰਗਲ ਵਿੱਚ ਚਲੇ ਗਏ ਸਨ ਤਾਂ ਅਚਾਨਕ ਹੀ ਉੱਥੇ ਕਾਲੇ ਰੰਗ ਦਾ ਸੱਪ ਆਣ ਨਿਕਲਿਆ ਤਾਂ ਉਸ ਨੂੰ ਹੀ ਫੜ ਕੇ ਉਹਦੇ ਨਾਲ ਹੀ ਖੇਡਣ ਲੱਗ ਪਏ। ਕਦੇ ਆਪਣੇ ਗਲ ਵਿੱਚ ਪਾ ਲੈਂਦੇ, ਕਦੇ ਸਿਰ ਤੇ ਪੱਗ ਵਾਂਗ ਵਾੜ ਲੈਂਦੇ, ਕਦੀ ਆਪਣੇ ਲੱਕ ਦੇ ਨਾਲ ਵੜ ਲੈਂਦੇ। ਲੋਕੀ ਵੇਖ ਕੇ ਭੱਜੇ ਆਉਂਦੇ ਕਿ ਬਾਲਕ ਨੂੰ ਇਹ ਡਸ ਨਾ ਜਾਵੇ। ਜਦ ਨੇੜੇ ਆਉਂਦੇ ਸਨ ਤਾਂ ਉਹ ਸੱਪ ਉੱਥੇ ਹੀ ਅਲੋਪ ਹੋ ਜਾਂਦਾ ਸੀ। ਲੋਕੀ ਹੈਰਾਨ ਵੀ ਹੁੰਦੇ ਸਨ ਤੇ ਸੋਚਾਂ ਵਿੱਚ ਪੈ ਜਾਂਦੇ ਸਨ ਕਿ ਇਹ ਤਾਂ ਸ਼ਿਵ ਭੋਲਾ ਭੰਡਾਰੀ ਹੀ ਹੋਵੇਗਾ ਜਿਸ ਦੇ ਸੱਪ ਵੀ ਪਿਆਰੇ ਹੋ ਰਹੇ ਹਨ। ਇੱਕ ਦਿਨ ਬਾਲ ਸਰੂਪ ਬਾਬਾ ਜੀ ਘੋਰ ਵੱਡੇ ਜੰਗਲ ਵਿੱਚ ਜਾ ਬੈਠੇ ਤਾਂ ਸਮਾਧੀ ਵਿੱਚ ਲੀਨ ਹੋ ਗਏ। 2 ਸ਼ੇਰ ਜੰਗਲ ਵਿੱਚੋਂ ਆਣ ਕੇ ਬਾਬਾ ਜੀ ਦੇ ਖੱਬੇ ਸੱਜੇ ਬੈਠ ਗਏ ਅਤੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਸਨ। ਇਹ ਵੀ ਕੌਤਕ ਬਹੁਤ ਸਾਰੇ ਲੋਕਾਂ ਨੇ ਤੱਕਿਆ ਤੇ ਆਖਣ ਲੱਗੇ ਕਿ ਧੰਨ ਹਨ ਇਹਨਾਂ ਦੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਹਨ ਇਹਨਾਂ ਦੀ ਮਾਤਾ ਜਿਨ੍ਹਾਂ ਨੇ ਐਸੇ ਤਪ ਤੇਜ ਵਾਲਾ ਸਪੁੱਤਰ ਜਨਮਿਆ ਹੈ ਜਿਸ ਦੇ ਦਰਸ਼ਨਾਂ ਦੀ ਚਾਹਨਾ ਕਰਕੇ ਸ਼ੇਰ ਵੀ ਸ਼ਰਨ ਵਿੱਚ ਬੈਠ ਜਾਂਦੇ ਹਨ। ਇਸੇ ਤਰ੍ਹਾਂ ਇੱਕ ਦਿਨ ਬਾਲ ਸਰੂਪ ਬਾਬਾ ਜੀ ਵੱਡੇ ਜੰਗਲ ਵਿੱਚ ਜਾ ਬੈਠੇ, ਆਪਣੀ ਭਗਤੀ ਵਿੱਚ ਲੀਨ ਹੋ ਗਏ ਤਾਂ ਜੰਗਲ ਵਿੱਚੋਂ ਇੱਕ ਹਾਥੀ ਸੁੰਦਰ ਮਿੱਠੇ ਮੇਵਿਆਂ ਵਾਲੀ ਡਾਲੀ ਜੋ ਫਲ ਦੇ ਨਾਲ ਭਰੀ ਪਈ ਸੀ ਲਿਆ ਕੇ ਅੱਗੇ ਰੱਖ ਦਿੱਤੀ ਤੇ ਉਹ ਕੁਝ ਪਰੇ ਹੋ ਕੇ ਖੜਾ ਰਿਹਾ। ਜਦ ਬਾਲ ਸਰੂਪ ਬਾਬਾ ਜੀ ਦੀ ਸਮਾਧੀ ਖੁੱਲੀ ਤਾਂ ਸੁੰਡ ਨਾਲ ਡੰਡੌਤ ਕੀਤੀ ਅਤੇ ਇੱਕ ਫੁੱਲ ਵੀ ਚਰਨਾਂ ਵਿੱਚ ਭੇਟ ਕੀਤਾ। ਜਦੋਂ ਬਾਲ ਸਰੂਪ ਬਾਬਾ ਜੀ ਦੀ ਦ੍ਰਿਸ਼ਟੀ ਪਈ ਤਾਂ ਉਹ ਅੰਤ ਇਸ ਜੂਨ ਦਾ ਤਿਆਗ ਕਰਕੇ ਉਸ ਦੀ ਰੂਹ ਅਮਰਲੋਕ ਨੂੰ ਚਲੀ ਗਈ। ਉਹ ਇਸ ਜੂਨ ਵਿੱਚ ਬਿਰਧ ਹੋ ਗਿਆ ਸੀ। ਇਹ ਪਹਿਲੇ ਜਨਮ ਵਿੱਚ ਇੱਕ ਜੱਟਾਂ ਦਾ ਮੁੰਡਾ ਸੀ, ਸਰੀਰ ਦਾ ਬਹੁਤ ਭਾਰਾ ਸੀ ਤਾਂ ਇਸਨੇ ਜਾਂਦੇ ਸੰਤਾਂ ਨੂੰ ਹਾਸੀ ਕੀਤੀ ਸੀ। ਉਹਨਾਂ ਦੇ ਮੁਖ ਤੋਂ ਅਚਾਨਕ ਹੀ ਨਿਕਲ ਗਿਆ, ਜਾ ਓਏ ਹਾਥੀਆ। ਸੰਤਾਂ ਨੂੰ ਹਾਸੀ ਨਹੀਂ ਕਰਨੀ ਚਾਹੀਦੀ ਤਾਂ ਉਸ ਨੂੰ ਇਹ ਹਾਥੀ ਦੀ ਜੂਨ ਮਿਲ ਗਈ ਸੀ। ਸੋ ਪਿਆਰੀ ਸਾਧ ਸੰਗਤ ਜੀ, ਕਦੇ ਵੀ ਸੰਤ ਸਰੂਪ ਨੂੰ ਹਾਸਾ ਮਖੌਲ ਨਹੀਂ ਕਰਨਾ ਚਾਹੀਦਾ। ਜਿਵੇਂ ਕਿ ਕਹਾਵਤ ਹੈ, ਸੰਤਾਂ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ, ਭਾਗਵਾਨ ਸੇਵਾ ਕਰੇ ਹੁਜਤਾਂ ਕਰੇ ਪਲੀਤ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਲ ਸਰੂਪ ਜੀ ਦੀ ਉਮਰ ਕੋਈ 7-8 ਸਾਲਾਂ ਦੀ ਹੋ ਗਈ ਸੀ। ਬਾਹਰ ਚਲੇ ਗਏ। ਇੱਕ ਦਰਖਤ ਸੁੱਕਾ ਪਿਆ ਸੀ। ਨਿੱਕੀਆਂ ਲੱਕੜੀਆਂ ਇਕੱਠੀਆਂ ਕਰਕੇ ਧੂਣਾ ਚੇਤਨਾ ਕਰਕੇ ਚੌਂਕੜਾ ਮਾਰ ਲਿਆ। ਸਮਾਧੀ ਲੱਗ ਗਈ। ਅਜੇ ਘਰ ਤੋਂ ਕੋਈ ਖਾਣਾ ਵੀ ਨਹੀਂ ਸੀ ਖਾਧਾ ਤਾਂ ਅਚਾਨਕ ਹੀ ਸ਼ੇਰ, ਹਾਥੀ, ਬਘਿਆੜ, ਭੇਡ, ਬੱਕਰੀ ਅਤੇ ਹੋਰ ਕਈ ਕਿਸਮਾਂ ਦੇ ਜੰਗਲੀ ਭਿਆਨਕ ਜਾਨਵਰ ਆਣ ਕੇ ਬਾਲ ਬਾਬਾ ਸ਼੍ਰੀ ਚੰਦ ਜੀ ਦੀ ਲੱਗੀ ਸਮਾਧੀ ਦੇ ਕੋਲ ਬੈਠ ਜਾਂਦੇ। ਪਤਾ ਨਹੀਂ ਸੀ ਚੱਲਦਾ ਕਿ ਆਉਂਦੇ ਕਿੱਧਰੋਂ ਹਨ ਤੇ ਜਾਂਦੇ ਕਿੱਧਰ ਨੂੰ ਹਨ। ਇਹ ਅਗੰਮੀ ਕੌਤਕ ਬਹੁਤ ਸਾਰੀ ਦੁਨੀਆ ਨੇ ਅੱਖੀਂ ਵੇਖੇ। ਭੂਆ ਨਾਨਕੀ ਜੀ ਅਤੇ ਮਾਤਾ ਸੁਲੱਖਣੀ ਜੀ ਦੋਨੋਂ ਹੀ ਲੱਭਣ ਵਾਸਤੇ ਤੁਰ ਪੈਂਦੇ ਸਨ ਅਤੇ ਬਾਬਾ ਜੈ ਰਾਮ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਫੁੱਫੜ ਜੀ ਸਨ, ਨਾਲ ਹੀ ਲੱਭਦੇ ਲੱਭਦੇ ਆ ਪੁੱਜੇ। ਲੱਭ ਹੀ ਲਿਆ। ਅਜੇ ਕੁਝ ਦੂਰੀ ਤੇ ਹੀ ਸਨ ਤਾਂ ਸਭ ਤਰ੍ਹਾਂ ਦੇ ਨਿੱਕੇ ਵੱਡੇ ਇਹ ਜਾਨਵਰ ਲਾਗੇ ਬੈਠੇ ਅੱਖੀ ਤੱਕੇ ਅਤੇ ਹੈਰਾਨ ਵੀ ਹੋਏ। ਤਾਂ ਜਦ ਨਜ਼ਦੀਕ ਪਹੁੰਚੇ ਪਤਾ ਨਹੀਂ ਚੱਲਿਆ ਕਿ ਇੱਕ ਝਲਕ ਵਿੱਚ ਹੀ ਉਹ ਕਿਧਰੇ ਛੁਪ ਹੀ ਗਏ। ਹੁਣ ਸਮਾਧੀ ਵੀ ਖੁੱਲ ਗਈ ਸੀ। ਖੜੇ ਸਨ। ਕੋਲ ਪਹੁੰਚੇ ਤਾਂ ਬਾਬਾ ਜੈ ਰਾਮ ਜੀ ਨੇ ਚੁੱਕ ਲਿਆ ਤਾਂ ਬਾਬਾ ਸ਼੍ਰੀ ਚੰਦ ਜੀ ਆਖਣ ਲੱਗੇ ਕਿ ਅਸੀਂ ਘਰ ਤੁਰ ਕੇ ਹੀ ਜਾਵਾਂਗੇ, ਤੁਸੀਂ ਸਾਨੂੰ ਉਤਾਰ ਦਿਓ। ਫਿਰ ਤੁਰ ਕੇ ਉਹਨਾਂ ਦੇ ਨਾਲ ਘਰ ਪਹੁੰਚੇ। ਭੂਆ ਜੀ ਨੇ ਦੁੱਧ ਦਾ ਕਟੋਰਾ ਭਰ ਕੇ ਪਿਲਾਇਆ, ਲਾਡ ਲਡਾਇਆ, ਪਿਆਰ ਕੀਤਾ। ਸਭ ਨੇ ਭੋਲੇ ਭੰਡਾਰੀ ਸ਼੍ਰੀ ਚੰਦਰ ਨਾਮ ਪਕਾ ਦਿੱਤਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਮਿਲਦੇ ਹਨ। ਉਹ ਕੌਤਕ ਇੰਨੇ ਹਨ ਕਿ ਲਿਖੇ ਨਹੀਂ ਜਾ ਸਕਦੇ, ਬੇਅੰਤ ਹੀ ਬੇਅੰਤ ਹਨ। ਇਹਨਾਂ ਦਿਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ
ਭੈਣ ਨਾਨਕੀ ਜੀ ਦੇ ਕੋਲ ਹੀ ਸੁਲਤਾਨਪੁਰ ਹੀ ਨਿਵਾਸ ਕਰਦੇ ਸਨ ਤਾਂ ਬਾਬਾ ਸ਼੍ਰੀ ਚੰਦਰ ਜੀ ਦਾ ਜਨਮ ਵੀ ਸੁਲਤਾਨਪੁਰ ਹੀ ਹੋਇਆ ਸੀ। ਸਾਧ ਸੰਗਤ ਜੀ, ਉਹਨਾਂ ਦੇ ਜਨਮ ਸਥਾਨ ਤੇ ਅੱਜ ਇੱਕ ਬਹੁਤ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ। ਲੱਖਾਂ ਹੀ ਸੰਗਤਾਂ ਜਾ ਕੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੀਆਂ ਹਨ ਤੇ ਬਾਬਾ ਸ਼੍ਰੀ ਚੰਦ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਹਨ। ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦਾ ਜਨਮ 1553 ਬਿਕਰਮੀ ਨੂੰ ਸੁਲਤਾਨਪੁਰ ਵਿੱਚ ਹੀ ਹੋਇਆ ਸੀ। 16 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਹੋਈ ਸੀ ਅਤੇ 2 ਸਾਲ ਤੋਂ ਬਾਅਦ ਇਹਨਾਂ ਦੇ ਘਰ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਧਰਮਚੰਦ ਰੱਖਿਆ ਗਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।